ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ ਬੇਟਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 15 ਫੈਬਰਰੀ ਨੂੰ ਤੁਹਾਡੇ ਪ੍ਰੀ ਬੋਰਡ ਦੇ ਜਿਹੜੇ ਐਗਜ਼ਾਮਸ ਹੈ ਉਹ ਸ਼ੁਰੂ ਹਨ ਅਤੇ ਉਹਦੇ ਵਿੱਚ ਜਿਹੜੀ ਸਟੇਟ ਕੁਇਜ਼ ਆ ਰਹੇ ਹੈ ਉਹਨਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈ ਬਿਕੋਜ਼ ਇਹੀ ਜਿਹੜਾ ਸਟੇਟ ਕੁਇਜ਼ ਹੈ ਇਹੀ ਤੁਹਾਡੇ ਜਿਹੜੇ 30 ਮਲਟੀਪਲ ਚੋਇਸ ਕੁਐਸਚਨ ਆਣੇ ਹੈ ਉਹਦੇ ਵਿੱਚ ਬਹੁਤ ਹੀ ਮਾਇਨੇ ਰੱਖਦੇ ਹੈ ਪਲੱਸ ਜਿਹੜੇ 30 ਕੁਐਸਚਨਸ ਔਰ ਤੁਹਾਡੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ 30 ਕੁਐਸਚਨਸ ਤੋਂ ਬਾਅਦ ਜੇ ਆਪਾਂ ਨੈਕਸਟ ਗੱਲ ਦੇਖੀਏ ਤਾਂ ਇਹ ਜਿਹੜੇ ਕੁਐਸਚਨ ਹੈ ਸੁਪਰ 100 ਕੁਐਸਚਨਸ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਨੇ ਔਰ ਸੁਪਰ 100 ਕੁਐਸਚਨਸ ਦੇ ਵਿੱਚ ਆਪਾਂ ਇਹਦੀ ਜਿਹੜੀ ਇੰਪੋਰਟੈਂਸ ਹੈ ਉਹ ਦੇਖਣੀ ਹੈ ਨਾ ਸੁਪਰ 100 ਕੁਐਸਚਨਸ ਦੇ ਵਿੱਚ ਚਲੋ ਡੀਅਰ ਸਟੂਡੈਂਟਸ ਲੈਟ ਅਸ ਡਿਸਕਸ ਇਨ these state quizzes ਔਰ ਪਹਿਲਾ ਕੁਇਜ਼ ਜਿਹੜਾ ਹੈ ਉਹ ਸੇਮ ਕੁਐਸਚਨਸ ਆ ਰਿਪੀਟ ਇਨ 28 29 27 26 30th ਕੁਇਜ਼ ਔਰ ਇਹ ਬੇਟਾ ਕੁਐਸਚਨਸ ਤਾਂ ਰਿਪੀਟ ਕੀਤੇ ਜਾ ਰਹੇ ਹੈ ਤਾਂ ਕਿ ਜਿਹੜੀ ਤੁਹਾਨੂੰ ਇੰਪੋਰਟੈਂਸ ਆਫ ਦ ਥਿੰਗਸ ਪਤਾ ਲੱਗੇ ਕਿ ਇਹ ਕਿੱਦਾਂ ਜਿਹੜੇ ਇਨਵਾਇਰਮੈਂਟ ਚੈਪਟਰ ਹੈ ਜਾਂ ਬਾਰ-ਬਾਰ ਰੈਪੀਟੀਸ਼ਨ ਤਾਂ ਕੀਤੀ ਜਾ ਰਹੀ ਹੈ ਕਿ ਤੁਸੀਂ ਇਹਨਾਂ ਤੋਂ ਜਾਣੂ ਹੋਵੋ ਅਤੇ ਇਹਨਾਂ ਦੇ ਜਿਹੜੇ ਸਲਿਊਸ਼ਨਸ ਆ ਉਹਨਾਂ ਨੂੰ ਈਜ਼ੀਲੀ ਕਰ ਲਓ ਪਹਿਲਾ ਜਿਹੜਾ ਕੁਇਜ਼ ਸੀ ਜਿਹੜਾ ਸਾਰੇ ਕੁਇਜ਼ ਸੀ ਇਨਵਾਇਰਮੈਂਟ ਚੈਪਟਰ ਤੋਂ ਸੀ ਔਰ ਇਹਦਾ ਹੈ ਕਿ ਸਮ ਕੈਮੀਕਲ ਡੈਮੇਜ ਦਾ ਓਜ਼ੋਨ ਲੇਅਰ ਵਿਚ ਕੈਮੀਕਲ ਡੈਮੇਜ ਦਾ ਓਜ਼ੋਨ ਲੇਅਰ ਦਾ ਮੋਸਟ ਮਤਲਬ ਕੁਛ ਰਸਾਇਣਿਕ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਹੜਾ ਰਸਾਇਣ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਹ ਬੇਟਾ ਜੀ ਵੱਧ ਨੁਕਸਾਨ ਕਰਦਾ ਇਹਦੇ ਵਿੱਚ ਤੁਹਾਨੂੰ ਆਪਸ਼ਨਸ ਦਿੱਤੀਆਂ ਗਈਆਂ ਸੀ ਕਲੋਰੋਫਲੋਰੋਕਾਰਬਨ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਨਨ ਆਫ ਦਾ ਅਬਵ ਅਤੇ ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਸਭ ਤੋਂ ਜਿਹੜੀ ਇੰਪੋਰਟੈਂਸ ਹੈ ਤੁਹਾਨੂੰ ਪਤਾ ਹੈ ਕਲੋਰੋਫਲੋਰੋਕਾਰਬਨ ਦੀ ਹੈ ਕਿਹਦੀ ਹੈ ਜੀ ਕਲੋਰੋਫਲੋਰੋਕਾਰਬਨ ਦੀ ਜਿਹੜੀ ਕਿ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਕੀ ਕਰਦਾ ਹੈ ਜੀ ਨਸ਼ਟ ਕਰਦਾ ਹੈ ਠੀਕ ਹੈ ਜੀ ਚਲੋ ਅਗਲੀ ਗੱਲ ਜੇ ਮੈਂ ਤੁਹਾਡੇ ਨਾਲ ਕਰਾਂਗੀ ਅਗਲਾ ਕੁਐਸਚਨ ਜਿਹੜਾ ਸਟੇਟ ਕੁਇਜ਼ ਦਾ ਸੀ ਹਾਊ ਵਿਲ ਯੂ ਹੈਲਪ ਟੂ ਡਿਕਰੀਜ਼ ਦਾ ਪ੍ਰੋਬਲਮ ਆਫ ਗਾਰਬੇਜ ਡਿਸਪੋਜ਼ਲ ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਲਈ ਕਿਵੇਂ ਸਹਿਯੋਗ ਦਿਓਗੇ ਪਹਿਲਾ ਜੀ ਬਾਈ ਯੂਜ਼ਿੰਗ ਕਲੋਥ ਬੈਗ ਇੰਸਟੈਡ ਆਫ ਪਲਾਸਟਿਕ ਬੈਗਸ ਪਲਾਸਟਿਕ ਦੀ ਥਾਂ ਕੱਪੜੇ ਦੇ ਥੈਲੇ ਵਰਤ ਕੇ ਨੈਕਸਟ ਇਜ਼ ਬਾਈ ਯੂਜ਼ਿੰਗ ਕਲੇ ਪੋਟ ਇੰਸਟੈਡ ਆਫ ਡਿਸਪੋਜ਼ੇਬਲ ਪਲਾਸਟਿਕ ਕੱਪਸ ਪਲਾਸਟਿਕ ਦੇ ਕੱਪ ਦੇ ਥਾਂ ਕੁੱਲੜ ਵਰਤ ਕੇ ਬਾਈ ਸੈਪਰੇਟ ਡਸਟਬਿਨਸ ਫॉर ਵੈਟ ਐਂਡ ਡਰਾਈ ਗਾਰਬੇਜ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਵੱਖਰੇ ਕੂੜੇਦਾਨ ਦਾ ਉਪਯੋਗ ਕਰਕੇ ਔਰ ਆਲ ਆਫ ਅਬਵ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਇਹ ਪਤਾ ਹੈ ਕਿ ਇਹ ਸਾਰੇ ਹੀ ਜਿਹੜੇ ਵੇਜ਼ ਹੈ ਉਹ ਜਿਹੜੇ ਡਿਸਪੋਜ਼ੇਬਲ ਜਾਂ ਗਾਰਬੇਜ ਨੂੰ ਖਤਮ ਕਰਨ ਲਈ ਹੈ ਇਹਦਾ ਮਤਲਬ ਸਾਡਾ ਆਨਸਰ ਕੀ ਆਏਗਾ ਆਲ ਆਫ ਦਾ ਅਬਵ ਉਪਰੋਕਤ ਸਾਰੇ ਠੀਕ ਹੈ ਜੀ ਥਰਡ ਕੁਐਸਚਨ ਜਿਹੜਾ ਆਵਰ ਇਨਵਾਇਰਮੈਂਟ ਚੈਪਟਰ 'ਚੋਂ ਸੀ ਉਹ ਸੀ ਡੈਡ ਬੋਡੀਜ਼ ਆਫ ਆਰਗੈਨਿਜ਼ਮਸ ਆਰ ਡੀਕੰਪੋਜ਼ਡ ਬਾਈ ਬੈਕਟੀਰੀਆ ਐਂਡ ਫੰਜਾਈ ਕਿ ਜਿਹੜੀਆਂ ਸਾਡੀਆਂ ਡੈਡ ਬੋਡੀਜ਼ ਹੈ ਜਿਹੜੀਆਂ ਹੈ ਜਿਨ੍ਹਾਂ 'ਤੇ ਆਫ ਆਰਗੈਨਿਜ਼ਮਸ ਹੈ ਉਹ ਡੀਕੰਪੋਜ਼ ਹੁੰਦੀਆਂ ਬਾਈ ਬੈਕਟੀਰੀਆ ਔਰ ਫੰਜਾਈ ਵਟ ਆਰ ਦੀਜ਼ ਮਾਈਕਰੋਬਸ ਕਾਲਡ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਹ ਵਾਲੇ ਮਾਈਕਰੋਬਸ ਨੂੰ ਆਪਾਂ ਕੀ ਕਹਿੰਦੇ ਆ ਜੀ ਇਹ ਵਾਲੇ ਮਾਈਕਰੋਬਸ ਨੂੰ ਆਪਾਂ ਜੀਵਾਣੂ ਉੱਲੀ ਜਿਵੇਂ ਕਿ ਸੂਖਮ ਜੀਵ ਮਰੇ ਜੀਵ ਦੇ ਅਵਸ਼ੇਸ਼ਾਂ ਦਾ ਵਿਘਟਨ ਕਰਦੇ ਹਨ ਇਹਨਾਂ ਸੂਖਮ ਜੀਵਾਂ ਨੂੰ ਅਸੀਂ ਕੀ ਕਹਿੰਦੇ ਹਾਂ ਡੀਕੰਪੋਜ਼ਰਸ ਪ੍ਰੋਡਿਊਸਰਸ ਕੰਜ਼ਿਊਮਰਸ ਕੇ ਨਨ ਆਫ ਅਬਵ ਤੇ ਤੁਹਾਨੂੰ ਇਹ ਪਤਾ ਹੈ ਕਿ ਇਹਨਾਂ ਨੂੰ ਆਪਾਂ ਜੀ ਡੀਕੰਪੋਜ਼ਰ ਜਾਂ ਪੰਜਾਬੀ 'ਚ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਨਖੇੜਕ ਕੀ ਕਹਿੰਦੇ ਆ ਜੀ ਨਿਖੇੜਕ ਠੀਕ ਹੈ ਜੀ ਉਸ ਤੋਂ ਬਾਅਦ ਸਟੇਟ ਕੁਇਜ਼ ਸੋਲਿਊਸ਼ਨ ਅਗਲਾ ਜਿਹੜਾ ਬਿਜਲੀ ਚੈਪਟਰ ਦਾ ਹੈ ਉਹਦੇ ਵਿੱਚ ਉਹੀ ਸਾਰੇ ਕੁਐਸਚਨ ਹੈ ਬੇਟਾ ਜੀ ਜਿਹੜੇ ਸੁਪਰ 100 ਕੁਐਸਚਨਸ ਦੇ ਵਿੱਚ ਹੈ ਔਰ ਮੈਂ ਇਹ ਰਿਵਾਈਜ਼ ਵੀ ਕਰਾਏ ਹੋਏ ਤੁਹਾਨੂੰ ਫਿਰ ਇੱਕ ਵਾਰੀ ਆਪਾਂ ਕੁਐਸਚਨ ਪੜ੍ਹਦੇ ਹਾਂ ਅ ਪੀਸ ਆਫ ਵਾਇਰ ਆਫ ਰੈਜ਼ਿਸਟੈਂਸ ਆਰ ਇਜ਼ ਕੱਟ ਇਨਟੂ 5 ਇਕੁਅਲ ਪਾਰਟਸ 5 ਇਕੁਅਲ ਪਾਰਟਸ ਦੇ ਵਿੱਚ ਆਪਾਂ ਉਹਨੂੰ ਕੱਟ ਦਿੰਦੇ ਹਾਂ ਥੀਸ ਪਾਰਟਸ ਆਰ connected in parallel if equivalent resistance of combination is r dash then the ratio of r over r dash is ਪ੍ਰਤੀਰੋਧ r ਦੇ ਕਿਸੇ ਤਾਰ ਦੇ ਟੁਕੜੇ ਨੂੰ 5 ਬਰਾਬਰ ਭਾਗਾਂ ਦੇ ਵਿੱਚ ਕੱਟਿਆ ਗਿਆ ਅਤੇ ਸਮਾਂਤਰ ਵਿੱਚ ਜੋੜਿਆ ਗਿਆ ਹੈ ਜੇਕਰ ਸੰਯੋਗ ਦਾ ਕੁੱਲ ਪ੍ਰਤੀਰੋਧ r ਹੈ ਤਾਂ r ਬਟਾ r ਡੈਸ਼ ਦਾ ਅਨੁਪਾਤ ਤੁਸੀਂ ਕੱਢਣਾ ਹੈ ਬੇਟਾ ਜੀ ਇਹਦਾ ਸੋਲਿਊਸ਼ਨ ਮੈਂ ਤੁਹਾਡੇ ਲਈ ਕੀਤਾ ਹੋਇਆ ਹੈ ਕਿ r1 ਇਕੁਅਲ ਟੂ r2 ਇਕੁਅਲ ਟੂ r3 ਇਕੁਅਲ ਟੂ r4 ਇਹ ਸਾਰੇ ਤੁਹਾਡੇ ਬਰਾਬਰ ਦਿੱਤੇ ਜੀ r/5 ਹੁਣ ਤੁਸੀਂ 1/r ਡੈਸ਼ ਤੁਹਾਨੂੰ ਪਤਾ ਜੀ ਦੇਖੋ ਹੁਣ ਇਹਨਾਂ ਨੂੰ ਇਹ ਕਿਹਾ ਗਿਆ ਕਿ ਸਮਾਂਤਰ ਦੇ ਵਿੱਚ ਇਹਦਾ ਸਹਿਯੋਗ ਕਰਨਾ ਹੈ ਤਾਂ ਆਬਵੀਅਸ ਹੈ ਫਾਰਮੂਲਾ ਇਜ਼ 1/r ਡੈਸ਼ ਇਜ਼ ਇਕੁਅਲ ਟੂ 1/r1 ਪਲੱਸ 1/r2 plus 1/r3 plus 1/r4 plus 1/r5
ਜੇ ਤੁਸੀਂ ਇਹਦੀ ਵੈਲਿਊ ਕੱਢੋਗੇ ਬੇਟਾ ਜੀ R ਦੀ, ਹੈ ਨਾ, ਤੇ ਤੁਹਾਨੂੰ ਪਤਾ ਹੈ ਕਿ ਉਹ ਕੀ ਹੋਏਗਾ ਜੀ R/5, R1 ਦੀ ਵੈਲਿਊ, R2 ਦੀ ਵੈਲਿਊ R/5 ਹੈ, R3 ਦੀ ਵੈਲਿਊ ਵੀ R/5 ਹੈ। ਸੇਮ ਫॉर R5 4 ਐਂਡ R5। ਇਹਨੂੰ ਉਲਟਾ ਕਰਾਂਗੇ 5/R plus 5/R plus 5/R plus 5/R plus 5। 5 ਵਾਰੀ ਜੇ ਤੁਸੀਂ ਇਹਨੂੰ ਗੁਣਾ ਕਰੋਗੇ ਤਾਂ ਯੂਰ ਆਂਸਰ ਬਿਕਮ 25/R। ਠੀਕ ਹੈ ਜੀ, 25/R। ਹੁਣ ਤੁਸੀਂ ਵੈਲਿਊ ਕਿਹਦੀ ਕੱਢਣੀ ਹੈ ਜੀ? ਤੁਸੀਂ ਵੈਲਿਊ ਕੱਢਣੀ ਹੈ R/R' ਦੀ, ਹੈ ਨਾ। ਤੁਸੀਂ ਅਨੁਪਾਤ ਕਰਨਾ R/R' ਦਾ, ਤਾਂ ਤੁਸੀਂ ਕੀ ਕਰੋਗੇ ਜੀ? ਉਧਰ ਲੈ ਜਾਓਗੇ R ਨੂੰ, ਠੀਕ ਹੈ ਜੀ। ਤਾਂ R/R' ਕਿਹਦੇ ਬਰਾਬਰ ਆ ਗਿਆ ਜੀ? 25 ਦੇ। ਇਹਦਾ ਮਤਲਬ ਤੁਹਾਡੀ ਕਿਹੜੀ ਆਪਸ਼ਨ ਸਹੀ ਹੋਈ ਜੀ? 4th। ਕਿਹੜੀ ਆਪਸ਼ਨ ਸਹੀ ਹੋਈ? 4th। ਇਹ ਮੈਂ ਪਹਿਲੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਤੁਹਾਡੀ ਜਿਹੜੀ ਹੈ ਇਹ ਕੁਐਸਚਨ ਕਿ ਇਹਦੇ ਵਿੱਚ ਤੁਸੀਂ ਇਹ ਦੇਖਣਾ ਹੈ ਬੇਟਾ, ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਪਹਿਲੇ ਤਾਂ ਤੁਹਾਨੂੰ ਰੈਜ਼ਿਸਟੈਂਸ ਦਾ ਪਤਾ ਹੋਣਾ ਚਾਹੀਦਾ ਕਿ ਉਹਦੀ ਵੈਲਿਊ ਕੀ ਲੈਣੀ ਹੈ। ਦੂਜੀ ਗੱਲ ਜਿਹੜੀ ਤੁਹਾਨੂੰ ਇੱਥੇ ਮੇਨ ਪਤਾ ਹੋਣੀ ਚਾਹੀਦੀ, ਉਹ ਸਭ ਤੋਂ ਵੱਧ ਇਹ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਆਪਾਂ ਕੱਢਣਾ ਕੀ ਹੈ। ਆਪਾਂ ਕੱਢਣਾ R/R'। ਠੀਕ ਹੈ ਜੀ ਬੇਟਾ ਜੀ, 1/25 'ਚ ਨਹੀਂ ਤੁਸੀਂ ਕਨਫਿਊਜ਼ ਹੋਣਾ। ਜੇ ਤੁਸੀਂ R'/R ਦੀ ਵੈਲਿਊ ਕੱਢੋਗੇ ਤਾਂ ਓਬਵੀਅਸ ਹੈ ਉਹ 1/25 ਹੋ ਜਾਏਗਾ, ਪਰ ਸਾਨੂੰ ਕੱਢਣਾ ਕੀ ਹੈ ਉਹ ਵੀ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਸਮਾਂਤਰ ਦਾ ਫਾਰਮੂਲਾ ਕੀ ਹੁੰਦਾ ਹੈ। ਦਿਸ ਇਜ਼ ਦਾ ਫਾਰਮੂਲਾ ਆਫ ਕਿ ਜਦੋਂ ਪੈਰਲਲ 'ਚ ਕਨੈਕਟ ਹੋਣ। ਠੀਕ ਹੈ ਜੀ, ਅੱਗੇ ਬਹੁਤ ਈਜ਼ੀ ਕੁਐਸਚਨ ਸੀ ਔਰ ਬਹੁਤ ਇਹਦੀ ਰਿਵੀਜ਼ਨ ਕਰਾਈ ਗਈ ਹੈ। ਵਟ ਇਜ਼ ਦਾ SI ਯੂਨਿਟ ਆਫ SI ਯੂਨਿਟ ਆਫ ਇਲੈਕਟ੍ਰੀਸਿਟੀ? ਬਿਜਲੀ ਧਾਰਾ ਦੀ SI ਇਕਾਈ ਕੀ ਹੈ? ਤੇ ਬੇਟਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਜਲੀ ਧਾਰਾ ਦੀ SI ਇਕਾਈ ਐਂਪੀਅਰ ਹੈ। ਜੇ ਤੁਹਾਨੂੰ ਪੋਟੈਂਸ਼ੀਅਲ ਡਿਫਰੈਂਸ ਦੀ ਜਾਂ ਵੋਲਟੇਜ ਦੀ ਆਏ ਤਾਂ ਉਹ ਵੋਲਟ ਹੈ। ਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਪ੍ਰਤੀਰੋਧ ਦੀ ਆਏ, ਪ੍ਰਤੀਰੋਧ ਯਾਨੀ ਕਿ ਰੈਜ਼ਿਸਟੈਂਸ ਦੀ ਆਏ, ਤਾਂ ਬੇਟਾ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਕੀ ਹੈ ਜੀ? ਓਹਮ। ਉਹ ਕੀ ਹੈ ਜੀ? ਓਹਮ। ਠੀਕ ਹੈ ਡੀਅਰ ਸਟੂਡੈਂਟਸ, ਚਲੋ ਜੀ ਅਗਲੀ ਗੱਲ ਕਰਦੇ ਹਾਂ ਆਪਾਂ। ਵਿਚ ਅਪਲਾਇੰਸ ਵਰਕਸ ਔਨ ਦਾ ਹੀਟਿੰਗ ਇਫੈਕਟਸ ਆਫ ਇਲੈਕਟ੍ਰੀਸਿਟੀ? ਹੇਠ ਲਿਖਿਆਂ ਵਿੱਚੋਂ ਕਿਹੜਾ ਉਪਕਰਨ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਕਰਦਾ ਹੈ? ਇਲੈਕਟ੍ਰਿਕ ਆਇਰਨ, ਇਲੈਕਟ੍ਰਿਕ ਟੋਸਟਰ, ਇਲੈਕਟ੍ਰਿਕ ਹੀਟਰ, ਆਲ ਆਫ ਅਬਵ। ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਬਿਜਲੀ ਪ੍ਰੈਸ ਹੈ ਜਾਂ ਟੋਸਟਰ ਹੈ ਜਾਂ ਹੀਟਰ ਹੈ, ਸਭ ਦਾ ਜਿਹੜਾ ਸਿਧਾਂਤ ਬੇਟਾ ਜੀ ਕੀ ਹੈ ਜੀ? ਉਹਦਾ ਸਭ ਦਾ ਸਿਧਾਂਤ ਕੀ ਹੈ ਜੀ? ਤਾਪਨ ਪ੍ਰਭਾਵ ਦਾ। ਠੀਕ ਹੈ ਜੀ, ਸਭ ਦਾ ਸਿਧਾਂਤ ਕੀ ਹੈ? ਤਾਪਨ ਪ੍ਰਭਾਵ ਦਾ। ਇਹਦਾ ਮਤਲਬ ਸਾਡਾ ਆਨਸਰ ਬਿਲਕੁਲ ਠੀਕ ਹੈ, ਆਲ ਆਫ ਦਾ ਅਬਵ। ਅੱਗੇ ਗੱਲ ਕਰਾਂਗੀ ਸਾਇੰਸ ਕੁਇਜ਼ 23 ਤੇ 22 ਦੀ। ਜੈਵਿਕ ਪ੍ਰਕਿਰਿਆਵਾਂ ਜੋ ਇਹ ਕੁਐਸਚਨ ਆਏ ਹੈ। A few organisms decompose food material outside the bodies. Name those organisms. ਕੁਝ ਜੀਵ ਭੋਜਨ ਪਦਾਰਥਾਂ ਦੇ ਵਿਘਟਨ ਸਰੀਰ ਦੇ ਬਾਹਰ ਹੀ ਕਰ ਦਿੰਦੇ ਨੇ। ਉਹਨਾਂ ਦਾ ਕੀ ਹੈ ਜੀ? ਆਪਸ਼ਨ ਸਾਨੂੰ ਦਿੱਤੀਆਂ ਗਈਆਂ ਸੀ ਫੰਜਾਈ, ਉੱਲੀ, ਯੀਸਟ, ਖਮੀਰ, ਬੋਥ A and B, A and B ਦੋਵੇਂ, ਨਨ ਆਫ ਦੀਜ਼। ਤਾਂ ਬੇਟਾ ਜੀ ਇਹਦਾ ਆਨਸਰ ਹੈ ਬੋਥ A and B, ਯਾਨੀ ਕਿ ਉੱਲੀ ਤੇ ਖਮੀਰ। ਠੀਕ ਹੈ ਜੀ, ਅਗਲਾ ਕੁਐਸਚਨ ਜਿਹੜਾ ਸਟੇਟ ਕੁਇਜ਼ 'ਚ ਸੀ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਸਕ੍ਰੀਸ਼ਨ ਆਫ ਸੈਲੇਵਰੀ ਗਲੈਂਡ? ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੇ ਰਸ ਦਾ ਰਿਸਾਵ ਕੀਤਾ ਜਾਂਦਾ? ਬੇਟਾ ਇਹ ਤੁਹਾਨੂੰ ਐਸ ਸੱਚ ਯਾਦ ਕਰਨੇ ਆ ਤੁਸੀਂ ਜੈਵਿਕ ਪ੍ਰਕਿਰਿਆਵਾਂ ਦੇ ਕੁਐਸਚਨ। ਅਮਾਈਲੇਜ਼, ਇਨਸੂਲਿਨ, ਹਾਈਡਰੋਕਲੋਰਿਕ ਐਸਿਡ, ਪੈਪਸਿਨ। ਤਾਂ ਇਹਦਾ ਸਹੀ ਉੱਤਰ ਹੈ ਜੀ ਅਮਾਈਲੇਜ਼। ਠੀਕ ਹੈ, ਚਲੋ ਜੀ। ਇਨ ਵਿਚ ਪਾਰਟ ਆਫ ਸੈਲ ਕਨਵਰਜਨ ਆਫ ਗਲੂਕੋਸ ਇਨਟੂ ਪਾਇਰੋਵੇਟ ਟੇਕ ਪਲੇਸ? ਜੈਵਿਕ ਪ੍ਰਕਿਰਿਆਵਾਂ ਦੌਰਾਨ ਸੈੱਲ ਦੇ ਕਿਹੜੇ ਭਾਗ ਵਿੱਚ ਗਲੂਕੋਸ ਦਾ ਪਾਇਰੋਵੇਟ ਵਿੱਚ ਪਰਿਵਰਤਨ ਹੁੰਦਾ ਹੈ ਜੀ? ਸਾਈਟੋਪਲਾਜ਼ਮ, ਗੋਲਜੀ ਕਾਇਆ ਯਾਨੀ ਗੋਲਜੀ ਬੋਡੀਜ਼, ਮਾਈਟੋਕੌਂਡਰੀਆ ਔਰ ਲਾਈਸੋਸੋਮਸ। ਤਾਂ ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਗਲੂਕੋਸ ਦਾ ਪਾਇਰੋਵੇਟ 'ਚ ਪਰਿਵਰਤਨ ਹੁੰਦਾ ਹੈ ਸਾਈਟੋਪਲਾਜ਼ਮ 'ਚ ਹੁੰਦਾ ਹੈ। ਕਿਹਦੇ 'ਚ ਹੁੰਦਾ ਹੈ ਜੀ? ਸਾਈਟੋਪਲਾਜ਼ਮ 'ਚ। ਠੀਕ ਹੈ ਜੀ, ਅੱਗੇ ਗੱਲ ਕਰਾਂਗੀ ਸਾਇੰਸ ਕੁਇਜ਼ 21 ਤੇ 11 ਦੀ, ਜਿਹਦੇ ਕੁਐਸਚਨ ਬਿਲਕੁਲ ਸੇਮ ਸੀ। 5th ਚੈਪਟਰ 'ਚੋਂ ਇਹ ਕੁਐਸਚਨ ਸੀ ਔਰ ਵੈਰੀ ਇੰਪੋਰਟੈਂਟ ਕੁਐਸਚਨ ਸੀ। ਠੀਕ ਹੈ ਜੀ, ਵਿਚ ਐਲੀਮੈਂਟ ਅਮੰਗ ਦਾ ਫੋਲੋਇੰਗ ਬਿਲੋਂਗ ਟੂ ਦਾ 18th ਗਰੁੱਪ ਆਫ ਮਾਡਰਨ ਪੀਰੀਓਡਿਕ ਟੇਬਲ? ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਆਧੁਨਿਕ ਆਵਰਤੀ ਸਾਰਣੀ ਦੇ 18ਵੇਂ ਗਰੁੱਪ ਨਾਲ ਸੰਬੰਧਿਤ ਰੱਖਦੇ ਹੈ? ਬੇਟਾ ਜੀ ਮੇਰੀ ਇੱਕ ਗੱਲ ਸੁਣੋ, ਜੇ ਮੈਂ 18ਵੇਂ ਗਰੁੱਪ ਦੀ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੈ ਜੀ ਕਿਹੜਾ ਗਰੁੱਪ ਹੈ ਜੀ? ਨੋਬਲ ਗੈਸਿਸ ਦਾ ਗਰੁੱਪ ਹੈ। ਠੀਕ ਹੈ ਜੀ, ਜੇ ਮੈਂ ਨੋਬਲ ਗੈਸਿਸ ਦੀ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੈ ਜੀ ਨੋਬਲ ਗੈਸਿਸ ਕਿਹੜੀਆਂ? ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ, ਹੈ ਨਾ। ਤੇ ਇਹ ਸਾਰੀਆਂ ਜਿਹੜੀਆਂ ਨੋਬਲ ਗੈਸਿਸ ਹੈ। ਬਟ ਫਲੋਰੀਨ, ਕਲੋਰੀਨ ਦੀ ਗੱਲ ਕਰਾਂ ਤਾਂ ਇਹਨਾਂ ਨੂੰ ਬੇਟਾ ਜੀ 17 ਗਰੁੱਪ ਨੂੰ ਬਿਲੋਂਗ ਕਰਦੇ। ਇਹਨਾਂ ਨੂੰ ਆਪਾਂ ਚਾਲਕੋਜਨਸ ਕਹਿੰਦੇ ਹਾਂ। ਲੀਥੀਅਮ, ਸੋਡੀਅਮ ਤੁਹਾਨੂੰ ਸਾਰਿਆਂ ਨੂੰ ਪਤਾ ਮੈਟਲਸ ਹੈ। ਤੇ ਆਕਸੀਜਨ, ਸਲਫਰ ਦੀ ਗੱਲ ਕਰਾਂ ਤਾਂ ਇਹ ਸਾਰੇ ਕੀ ਨੇ? ਨੋਨ ਮੈਟਲਸ। ਇਹਦਾ ਮਤਲਬ 18ਵੇਂ ਗਰੁੱਪ 'ਚ ਸਾਡੀਆਂ ਸਾਰੀਆਂ ਨੋਬਲ ਗੈਸਿਸ ਰਹਿੰਦੀਆਂ ਨੇ, ਜਿਹੜੀਆਂ ਕਿ ਹੀਲੀਅਮ ਤੇ ਨਿਓਨ ਸਾਡਾ ਕਰੈਕਟ ਆਨਸਰ ਹੈ। ਅਗਲਾ ਕੁਐਸਚਨ ਹੈ ਜੀ, ਵਿਚ ਐਲੀਮੈਂਟ ਅਮੰਗ ਦਾ ਫੋਲੋਇੰਗ ਹੈਜ਼ ਕੰਪਲੀਟ ਆਊਟਰ ਸ਼ੈਲ?
ਹੇਠ ਦਰਜਾ ਤੱਤਾਂ ਵਿੱਚੋਂ ਕਿਸ ਧਾਤ ਦਾ ਬਾਹਰੀ ਸ਼ੈਲ ਪੂਰਾ ਹੈ ਜੀ? ਸੋਡੀਅਮ ਦਾ, ਕੈਲਸ਼ੀਅਮ ਦਾ, ਨਿਓਨ ਦਾ, ਮੈਗਨੀਸ਼ੀਅਮ ਦਾ। ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਨਿਓਨ ਹੈ ਇਹਨਾਂ ਸਾਰਿਆਂ ਚੋਂ ਕੀ ਹੈ ਜੀ? ਨਿਓਨ ਕੀ ਹੈ ਤੁਹਾਡਾ? ਨਿਓਨ ਤੁਹਾਡੀ ਨੋਬਲ ਗੈਸ ਹੈ। ਠੀਕ ਹੈ ਜੀ, ਜਦੋਂ ਹੁਣ ਨਿਓਨ ਤੁਹਾਡੀ ਨੋਬਲ ਗੈਸ ਹੈ ਤਾਂ ਫਿਰ ਇਹਦੇ ਨਾਲ ਕੀ ਇਫੈਕਟ ਪਏਗਾ? ਜੇ ਨਿਓਨ ਸਾਡੀ ਨੋਬਲ ਗੈਸ ਹੈ ਤਾਂ ਨਿਓਨ ਦੇ ਨਾਲ ਨਿਓਨ ਦਾ ਜਿਹੜਾ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖਾਂਗੇ ਆਪਾਂ, ਇਹਦਾ ਐਟੋਮਿਕ ਨੰਬਰ ਹੁੰਦਾ ਹੈ 10 ਤੇ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੋ ਗਈ ਜੀ 2 ਤੇ 8। ਇਹਦਾ ਮਤਲਬ ਇਹਦੇ ਜਿਹੜੇ ਦੋਨੋਂ ਸ਼ੈਲਸ ਹੈ ਉਹ ਫਿਲਡ ਹੈ। ਇਹਦਾ ਮਤਲਬ ਸਾਡਾ ਜਿਹੜਾ ਬਾਹਰੀ ਸ਼ੈਲ ਹੈ ਨਿਓਨ ਦਾ ਉਹ ਬਿਲਕੁਲ ਫਿਲ ਹੈ, ਇਸ ਲਈ ਸਾਡਾ ਸਹੀ ਉੱਤਰ ਹੈ ਨਿਓਨ। ਨੈਕਸਟ ਇਜ਼ what is the electronic configuration of sulfur? ਸਲਫਰ ਦੀ ਇਲੈਕਟ੍ਰੋਨਿਕ ਤਰਤੀਬ ਕੀ ਹੈ? ਬੇਟਾ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਲਫਰ ਦਾ ਜਿਹੜਾ ਐਟੋਮਿਕ ਨੰਬਰ ਹੈ 16 ਹੈ। ਪਹਿਲੇ ਸ਼ੈਲ 'ਚ ਸਾਡੇ 2 ਇਲੈਕਟ੍ਰੋਨ ਆਣੇ, ਦੂਜੇ 'ਚ ਸਾਡੇ ਕੀ ਆਣੇ ਜੀ 8। ਠੀਕ ਹੈ ਜੀ, ਤੀਜੇ 'ਚ ਸਾਡੇ ਕੀ ਆਣੇ 6। ਇਹਦਾ ਮਤਲਬ ਸਾਡੇ ਪਹਿਲੇ 2 ਸ਼ੈਲ ਫਿਲ ਹੈ ਪਰ ਤੀਜੇ 'ਚ ਸਾਡੇ 6 ਇਲੈਕਟ੍ਰੋਨ ਹੋਏ। ਇਹਦਾ ਮਤਲਬ ਸਲਫਰ ਦੀ ਜਿਹੜੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੋਈ 287। ਵੈਰੀ ਇੰਪੋਰਟੈਂਟ। ਔਰ 287 ਵੀ ਬਹੁਤ ਪੁੱਛੀ ਜਾਂਦੀ ਹੈ ਜੀ। 287 ਕਿਹਦੀ ਹੁੰਦੀ ਹੈ? ਕਲੋਰੀਨ ਦੀ। ਕਿਹਦੀ ਹੁੰਦੀ ਹੈ ਜੀ? ਕਲੋਰੀਨ ਦੀ। ਠੀਕ ਹੈ ਜੀ, 287 ਵੀ ਬਹੁਤ ਪੁੱਛੀ ਜਾਂਦੀ ਹੈ। ਈਵਨ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਪਾ ਕੇ ਇਹ ਪੁੱਛਿਆ ਜਾਂਦਾ ਹੈ ਕਿ ਇਹ ਕਿਹਦਾ ਜਿਹੜਾ ਹੈ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਜਾਂ ਫਿਰ ਇਹ ਕਿਹਦਾ ਐਟੋਮਿਕ ਨੰਬਰ ਹੈ। ਠੀਕ ਹੈ ਜੀ, ਅੱਗੇ ਸਟੇਟ ਲੈਵਲ ਕੁਇਜ਼ 1 ਦੀ ਗੱਲ ਕਰਾਂਗੇ। ਚੈਪਟਰ 1 ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨ। when magnesium ribbon is burnt in air a white powder is obtained. what is the name of this substance? ਜਦੋਂ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਸਾੜਿਆ ਜਾਂਦਾ ਹੈ ਤਾਂ ਇੱਕ ਚਿੱਟਾ ਪਦਾਰਥ ਜਿਹੜਾ ਹੈ ਪ੍ਰਾਪਤ ਹੁੰਦਾ ਹੈ, ਉਸ ਦਾ ਨਾਂ ਕੀ ਹੈ? ਮੈਗਨੀਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਆਕਸਾਈਡ, ਮੈਗਨੀਸ਼ੀਅਮ ਸਲਫਾਈਡ ਕਿ ਮੈਗਨੀਸ਼ੀਅਮ ਕਲੋਰਾਈਡ? ਤਾਂ ਬੇਟਾ ਜੀ ਉਸ ਦਾ ਸਹੀ ਉੱਤਰ ਹੈ ਮੈਗਨੀਸ਼ੀਅਮ ਆਕਸਾਈਡ। ਤੁਹਾਨੂੰ ਪਤਾ ਹੈ ਆਪਾਂ ਮੈਗਨੀਸ਼ੀਅਮ ਨੂੰ ਜਦੋਂ ਬਰਨਡ ਕਰਦੇ ਹਾਂ ਇਨ ਦ ਪ੍ਰੈਜ਼ੈਂਸ ਆਫ ਆਕਸੀਜਨ ਤਾਂ ਵੀ ਗੋਟ ਅ ਵਾਈਟ ਕਲਰ ਸਬਸਟੈਂਸ ਵਿਚ ਇਜ਼ ਨੋਨ ਐਜ਼ ਮੈਗਨੀਸ਼ੀਅਮ ਆਕਸਾਈਡ, ਜਿਹਨੂੰ ਆਪਾਂ ਕੀ ਕਹਿੰਦੇ ਆ? ਮੈਗਨੀਸ਼ੀਅਮ ਆਕਸਾਈਡ। ਕੀ ਕਹਿੰਦੇ ਆ ਜੀ? ਮੈਗਨੀਸ਼ੀਅਮ ਆਕਸਾਈਡ। ਤੇ ਉਹਦੇ ਕਰਕੇ ਜਿਹੜਾ ਮੈਗਨੀਸ਼ੀਅਮ ਆਕਸਾਈਡ ਹੈ ਉਹ ਕੀ ਜੀ? ਉਹ ਕੀ ਕਰਦਾ ਹੈ ਮੈਗਨੀਸ਼ੀਅਮ ਆਕਸਾਈਡ? ਮੈਗਨੀਸ਼ੀਅਮ ਆਕਸਾਈਡ ਦਾ ਜਿਹੜਾ ਕਲਰ ਹੈ ਜੀ ਉਹ ਕੀ ਹੁੰਦਾ ਜੀ? ਵਾਈਟ ਕਲਰ ਦਾ। ਉਹ ਕੀ ਹੁੰਦਾ ਜੀ? ਵਾਈਟ ਕਲਰ ਦਾ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਨੇਮ ਦਾ ਟਾਈਪ ਆਫ ਫੋਲੋਇੰਗ ਰਿਐਕਸ਼ਨਸ। ਠੀਕ ਹੈ ਜੀ, ਫੋਲੋਇੰਗ ਰਿਐਕਸ਼ਨ। ਠੀਕ ਹੈ, ਉਹ ਕੀ ਕਹਿੰਦੇ ਆ? ਫੋਲੋਇੰਗ ਰਿਐਕਸ਼ਨ ਨੇਮ ਦਾ ਟਾਈਪ ਆਫ ਦ ਫੋਲੋਇੰਗ ਰਿਐਕਸ਼ਨ ਜਿਸ ਦੀ ਹੈ calcium oxide plus water plus calcium hydroxide, decomposition reaction, displacement reaction, combination reaction, endothermic reaction। ਬੇਟਾ ਹੁਣ ਤੁਸੀਂ ਅਗਰ ਧਿਆਨ ਨਾਲ ਦੇਖੋ ਤੇ ਇਹ ਦੋ ਚੀਜ਼ਾਂ ਮਿਲ ਕੇ ਇੱਕ ਨਵੀਂ ਚੀਜ਼ ਬਣ ਰਹੀ ਹੈ ਹਨਾ। ਔਰ ਦੇਖੋ ਉਹਨਾਂ ਦਾ ਕੀ ਹੋ ਰਿਹਾ ਹੈ? ਐਡ ਹੋ ਰਹੀ ਹੈ ਜੀ। ਠੀਕ ਹੈ, ਇਹਦਾ ਮਤਲਬ ਇਹ ਕਿਹੜੀ ਰਿਐਕਸ਼ਨ ਹੈ? ਕੰਬੀਨੇਸ਼ਨ ਰਿਐਕਸ਼ਨ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਸੰਯੋਜਨ ਕਿਰਿਆ। ਨੈਕਸਟ ਕੁਐਸਚਨ ਸੀ what happens when dilute HCl is poured on iron powder? ਬੇਟਾ ਇੱਥੇ ਮੈਂ ਤੁਹਾਡੇ ਨਾਲ ਬਾਰ-ਬਾਰ ਇਹੀ ਗੱਲ ਕੀਤੀ ਸੀ, ਜਿੰਨੇ ਵੀ ਮੇਰੇ ਅੱਜ ਤੱਕ ਦੇ ਲੈਕਚਰਸ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸਦੀ ਹਾਂ ਕਿ ਜਦੋਂ ਵੀ ਧਾਤਾਂ ਜਿਹੜੀਆਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹੈ ਦੇ ਫਾਰਮ ਅ ਗੈਸ ਹਾਈਡਰੋਜਨ। ਇਸ ਲਈ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਣਾ ਚਾਹੀਦਾ ਕਿ ਜਿਸ ਆਪਸ਼ਨ 'ਚ ਹਾਈਡਰੋਜਨ ਹੈ ਉਹ ਆਪਸ਼ਨ ਸਹੀ ਹੈ। ਪਰ ਹੁਣ ਦੇਖੀਏ ਕਿਤੇ ਦੋ ਆਪਸ਼ਨਸ 'ਚ ਹਾਈਡਰੋਜਨ ਤਾਂ ਨਹੀਂ ਹੈ। ਹਾਈਡਰੋਜਨ ਗੈਸ ਐਂਡ ਆਇਰਨ ਕਲੋਰਾਈਡ ਆਰ ਪ੍ਰੋਡਿਊਸ। ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦਾ ਹੈ। ਕਲੋਰੀਨ ਗੈਸ ਅਤੇ ਆਇਰਨ ਹਾਈਡਰੋਕਸਾਈਡ ਆਰ ਪ੍ਰੋਡਿਊਸ। ਕਲੋਰੀਨ ਗੈਸ ਅਤੇ ਆਇਰਨ ਹਾਈਡਰੋਕਸਾਈਡ ਪੈਦਾ ਹੁੰਦਾ ਹੈ। ਨੋ ਰਿਐਕਸ਼ਨ ਆਇਰਨ ਸਾਲਟ ਐਂਡ ਵਾਟਰ ਆਰ ਪ੍ਰੋਡਿਊਸ। ਆਇਰਨ ਲੂਣ ਅਤੇ ਪਾਣੀ ਪੈਦਾ ਹੁੰਦਾ ਹੈ। ਤਾਂ ਬੇਟਾ ਜੀ ਦੇਖੋ ਸਾਡੀ ਇੱਕ ਹੀ ਆਪਸ਼ਨ 'ਚ ਹਾਈਡਰੋਜਨ ਗੈਸ ਹੈ, ਇਹਦਾ ਮਤਲਬ ਫਸਟ ਆਪਸ਼ਨ ਇਜ਼ ਕਰੈਕਟ। ਬੇਟਾ ਜੀ ਮੈਂ ਬਾਰ-ਬਾਰ ਤੁਹਾਨੂੰ ਕਹਿ ਰਹੀ ਹਾਂ ਜਦੋਂ ਵੀ ਧਾਤਾਂ ਜਿਹੜੀਆਂ ਹੈ ਉਹ ਜਦੋਂ ਵੀ ਐਸਿਡਸ ਧਾਤਾਂ ਨਾਲ ਕਿਰਿਆ ਕਰਦੇ ਆ there is the formation of ਹਾਈਡਰੋਜਨ ਗੈਸ ਪਲੱਸ ਆਇਰਨ ਕਲੋਰਾਈਡ ਇੱਥੇ ਬਣਿਆ। ਠੀਕ ਹੈ ਜੀ, ਚਲੋ ਅਗਲਾ ਕਰਦੇ ਹਾਂ ਜੀ ਸਟੇਟ ਲੈਵਲ ਕੁਇਜ਼ 2 ਜਿਹੜਾ ਕਿ ਐਸਿਡ ਬੇਸ ਚੈਪਟਰ ਚੋਂ ਸੀ। ਵੈਰੀ ਇੰਪੋਰਟੈਂਟ ਚੈਪਟਰ। ਇੱਕ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ, ਸੰਭਵ ਤੌਰ ਤੇ ਇਸ ਦੀ pH ਕੀ ਹੈ ਜੀ? ਦੇਖੋ ਘੋਲ ਨੇ ਲਾਲ ਲਿਟਮਸ ਨੂੰ ਨੀਲਾ ਕਰਤਾ ਹੈ, ਯਾਨੀ ਕਿ ਰੈੱਡ ਇਜ਼ ਕਨਵਰਟਡ ਇਨਟੂ ਜਿਹੜਾ ਰੈੱਡ ਹੈ ਉਹ ਕਿਤੇ 'ਚ ਕਨਵਰਟ ਹੋ ਗਿਆ ਜੀ? ਜਿਹੜਾ ਸਾਡਾ ਰੈੱਡ ਹੈ ਉਹ ਕਨਵਰਟ ਹੋ ਗਿਆ ਬਲੂ 'ਚ। ਔਰ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਇਹ ਦੱਸਿਆ ਹੋਇਆ ਹੈ ਕਿ ਬਲੂ ਮਤਲਬ ਦੇयर ਇਜ਼ ਅ ਫਾਰਮੇਸ਼ਨ ਆਫ ਬੇਸ ਹੈ ਨਾ। ਬਲੂ ਦੇ ਕਰਕੇ ਦੇयर ਇਜ਼ ਅ ਫਾਰਮੇਸ਼ਨ ਆਫ ਬੇਸ। ਅ ਸੋਲਿਊਸ਼ਨ ਟਰਨ ਰੈੱਡ ਲਿਟਮਸ blue, it is a pH
ऑबवियस है, तुहानूं पता है पीएच स्केल तुहानूं बहुत वधिया तरह समझाया होया कि सेंटर 'च न्यूट्रल हुंदी है, इधरों 1 तो स्टार्ट होके 14 तक चलदा है। तो जे ऑबवियस है वो बेस है तो ਉਹਦੀ पीएच जी ਜਿਹੜੀ ਸਭ ਤੋਂ ਵੱਡੀ ਹੋਏਗੀ एंड आवर राइट आंसर इज डी। ठीक है, यानी 10। चलो जी अगला क्वेश्चन वेरी इंपॉर्टेंट। एक घोल आंडे ਦੇ ਬਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਗੈਸ ਪੈਦਾ ਕਰਦਾ ਹੈ ਜੋ ਚੂਨੇ ਦੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ। ਘੋਲ ਵਿੱਚ ਮੌਜੂਦ ਹੈ a solution react with egg shells to give a gas that turns lime water milky। solution contains solution ਚ ਕੀ ਹੈ ਜੀ NaCl HCl LiCl के KCl। बेटा जी ये क्वेश्चन ਆਪਾਂ ਜਦੋਂ ਸੁਪਰ 100 ਦਾ ਸੋਲੂਸ਼ਨ ਕੀਤਾ ਉਦੋਂ ਵੀ ਕੀਤਾ ਕਿ ਜਿਹੜਾ ਸੋਲੂਸ਼ਨ ਹੈ ਉਹਦੇ ਵਿੱਚ ਕੀ ਹੈ ਜੀ, ਉਹਦੇ ਵਿੱਚ ਹੈਗਾ ਜੀ ਤੁਹਾਡੇ ਕੋਲ HCl, ਉਹਦੇ ਵਿੱਚ ਕੀ ਹੈ ਜੀ ਤੁਹਾਡੇ ਕੋਲ HCl। ਠੀਕ ਹੈ ਜੀ, ਉਹਦੇ ਚ ਤੁਹਾਡੇ ਕੋਲ ਹੈ HCl। ਅੱਗੇ ਗੱਲ ਕਰਾਂਗੇ ਇਸ ਲੈਸਨ ਚੋਂ ਜਿਹੜੇ ਕੁਐਸਚਨ ਦੀ ਹੇਠ ਲਿਖਿਆ ਵਿੱਚੋਂ ਕਿਹੜੀ ਦਵਾਈ ਬਦਹਜ਼ਮੀ ਲਈ ਵਰਤੀ ਜਾਂਦੀ ਹੈ। ਵਿਚ ਵਨ ਆਫ ਦ ਫੋਲੋਇੰਗ ਮੈਡੀਸਨ ਇਜ਼ ਯੂਜ਼ਡ ਫॉर द ਇਨਡਾਈਜੈਸ਼ਨ। ਬੇਟਾ ਜੀ ਜਦੋਂ ਮੈਂ ਇਨਡਾਈਜੈਸ਼ਨ ਦੀ ਗੱਲ ਕਰਾਂ ਤਾਂ ਜਦੋਂ ਆਪਾਂ ਇਨਡਾਈਜੈਸ਼ਨ ਦੀ ਗੱਲ ਕਰਦੇ ਹਾਂ ਤਾਂ ਇਨਡਾਈਜੈਸ਼ਨ ਦਾ ਕੀ ਮਤਲਬ ਹੈ ਕਿ ਕੋਈ ਚੀਜ਼ ਸਾਨੂੰ ਪਚਦੀ ਨਹੀਂ। ਤਾਂ ਓਬਵੀਅਸ ਹੈ ਨਾ ਅਸੀਂ ਐਂਟੀਬਾਇਓਟਿਕ ਯੂਜ਼ ਕਰਦੇ ਹਾਂ, ਨਾ ਐਨਾਲਾਜੈਸਿਕ, ਨਾ ਐਂਟੀਸੈਪਟਿਕ। ਤਾਂ ਆਪਾਂ ਕੀ ਯੂਜ਼ ਕਰਦੇ ਹਾਂ ਜੀ ਐਂਟੈਸਿਡ। ਠੀਕ ਹੈ ਜੀ ਐਂਟੈਸਿਡ। ਸਟੇਟ ਕੁਐਜ਼ 3 ਦੇ ਜਿਹੜੇ ਕੁਐਸਚਨ ਸੀ ਉਹ ਫੋਲੋਇੰਗ ਹੈ ਉਹ ਕੀ ਸੀ ਜੀ ਹੇਠ ਲਿਖਿਆ ਵਿੱਚੋਂ ਕਿਹੜੀ ਵਿਧੀ ਲੋਹੇ ਦੀ ਕੜਾਈ ਨੂੰ ਜੰਗ ਲੱਗਣ ਤੋਂ ਬਚਾਉਂਦੀ ਹੈ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਕੁਐਸਚਨ ਵਿੱਚ ਬੱਚੇ ਬਹੁਤ ਕਨਫਿਊਜ਼ ਹੁੰਦੇ ਹੈ। ਬੇਟਾ ਜੀ ਜਦੋਂ ਜੰਗ ਲੱਗਣ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਰੇ ਵੇਜ਼ ਗ੍ਰੇਸ ਲਾਣਾ, ਪੇਂਟ ਕਰਨਾ ਜਾਂ ਕਿਸੇ ਦੀ ਜ਼ਿੰਕ ਦੀ ਪਰਤ ਚੜਾ ਦੇਣਾ ਉਹ ਜੰਗ ਲੱਗਣ ਦੇ ਵੇਜ਼ ਹੈ। ਪਰ ਇੱਥੇ ਧਿਆਨ ਨਾਲ ਦੇਖੋ ਉਹਨਾਂ ਨੇ ਕਿਹਾ ਕਿ ਲੋਹੇ ਦੀ ਕੜਾਈ ਨੂੰ ਅਸੀਂ ਜੰਗ ਲੱਗਣ ਤੋਂ ਕਿੱਦਾਂ ਬਚਾਉਂਦੇ ਹਾਂ। ਗਰੀਸ ਲਗਾਉਣਾ, ਪੇਂਟ ਕਰਨਾ, ਜ਼ਿੰਕ ਦੀ ਪਰਤ ਚੜਾਉਣਾ ਕਿ ਉਪਰੋਕਤ ਸਾਰੇ। ਬੇਟਾ ਜੀ ਕੜਾਈ ਨੂੰ ਅਸੀਂ ਕਿੱਦਾਂ ਕਰਦੇ ਹਾਂ ਜੀ ਜ਼ਿੰਕ ਦੀ ਪਰਤ ਚੜਾਉਣਾ ਬਾਏ ਅਪਲਾਈਂਗ ਦ ਕੋਟਿੰਗ ਆਫ ਦ ਜ਼ਿੰਕ। ਠੀਕ ਹੈ ਜੀ ਚਲੋ ਅੱਗੇ ਕੀ ਕਰਦੇ ਹਾਂ। ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੋਗਿਕ ਬਣਾਉਂਦਾ ਹੈ। ਇਹ ਯੋਗਿਕ ਪਾਣੀ ਵਿੱਚ ਘੁਲਣਸ਼ੀਲ ਹੈ। ਸੰਭਵ ਤੌਰ ਤੇ ਇਹ ਤੱਤ ਹੈ an element react with oxygen to given compound with high melting point। this compound is also soluble in water। this element is like to be ਬੇਟਾ ਜੀ ਕਾਰਬਨ ਨਹੀਂ ਹੈ, ਸਿਲੀਕਨ ਨਹੀਂ ਹੈ, ਆਇਰਨ ਨਹੀਂ ਹੈ ਤਾਂ obvious ਹੈ ਉਹ ਕੀ ਹੈ ਧਾਤ ਹੈ ਜੀ। ਉਹ ਕਿਹੜੀ ਧਾਤ ਹੈ ਜੀ ਕੈਲਸ਼ੀਅਮ। ਠੀਕ ਹੈ ਜੀ ਭੋਜਨ ਰੱਖਣ ਵਾਲੇ ਕੈਨਾਂ ਨੂੰ ਟਿਨ ਦੀ ਝਾਲ ਦਿੱਤੀ ਜਾਂਦੀ ਹੈ ਜ਼ਿੰਕ ਦੀ ਨਹੀਂ ਕਿਉਂਕਿ ਇਹ ਕੁਐਸਚਨ ਬੇਟਾ ਬਹੁਤ ਇੰਪੋਰਟੈਂਟ ਹੈ। ਫੂਡ ਕੈਨਸ ਆਰ ਕੋਟਡ ਵਿਦ ਟਿਨ ਐਂਡ ਆਰ ਮੋਸਟ ਵਿਦ ਦ ਜ਼ਿੰਕ ਬਿਕॉज ਜ਼ਿੰਕ ਟਿਨ ਨਾਲੋਂ ਮਹਿੰਗੀ ਹੈ। ਜ਼ਿੰਕ ਇਜ਼ ਕਾਸਟਲੀਅਰ ਦੈਨ ਟਿਨ। ਜ਼ਿੰਕ ਦਾ ਪਿਘਲਣ ਅੰਕ ਟਿਨ ਨਾਲੋਂ ਉੱਚਾ ਹੈ। ਜ਼ਿੰਕ ਹੈਜ਼ ਹਾਇਰ ਮੈਲਟਿੰਗ ਪੁਆਇੰਟ ਦੈਨ ਟਿਨ। ਜ਼ਿੰਕ ਟਿਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ। ਜ਼ਿੰਕ ਇਜ਼ ਮੋਰ ਰਿਐਕਟਿਵ ਦੈਨ ਟਿਨ। ਜ਼ਿੰਕ ਟਿਨ ਨਾਲੋਂ ਘੱਟ ਕਿਰਿਆਸ਼ੀਲ ਹੈ ਤਾਂ ਬੇਟਾ ਜੀ ਜ਼ਿੰਕ ਜਿਹੜਾ ਹੈ ਉਹ ਵਧੇਰੇ ਕਿਰਿਆਸ਼ੀਲ ਹੈ। ਠੀਕ ਹੈ ਜੀ ਸਟੇਟ ਕੁਐਜ਼ 5 ਦੇ ਕੁਐਸਚਨ ਸੀ ਰੀਪਰੋਡਕਸ਼ਨ ਲੈਸਨ ਚੋਂ ਔਰ ਇਹ ਵੀ ਪੇਪਰ 'ਚ ਤਕਰੀਬਨ ਕੁਐਸਚਨ ਆਏ ਹੋਏ ਹੈ। ਪਰਾਗ ਕੋਸ਼ ਕਿਸ ਵਿੱਚ ਹੁੰਦਾ ਹੈ। ਦ ਐਂਥਰ ਕੰਟੇਨਸ ਹਰੀਆਂ ਪੱਤੀਆਂ, ਬੀਜੰਡ, ਸੈਪਲਸ, ਓਵਲਸ, ਇਸਟਰੀ ਕੇਸਰ, ਪਿਸਟਲ, ਪਰਾਗਕਣ। ਤਾਂ ਬੇਟਾ ਜੀ ਜਿਹੜਾ ਐਂਥਰ ਹੈ ਦੈਟ ਕੰਟੇਨਸ ਪਰਾਗਕਣ ਜਿਹਨੂੰ ਆਪਾਂ ਕਹਿੰਦੇ ਪੋਲਨ ਗ੍ਰੇਨਸ। ਅਲਿੰਗੀ ਜਨਨ ਬਰਡਿੰਗ ਦੁਆਰਾ ਇਹਨਾਂ ਵਿੱਚ ਹੁੰਦਾ ਹੈ। asexual reproduction take place through budding in amoeba, yeast, plasmodium, leishmania। ਤਾਂ ਬੇਟਾ ਜੀ yeast ਦੇ ਵਿੱਚ ਬਰਡਿੰਗ ਦੇ ਨਾਲ ਜਿਹੜੀ ਰਿਪਰੋਡਕਸ਼ਨ ਹੈ ਉਹ ਹੁੰਦੀ ਹੈ। ਠੀਕ ਹੈ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਮਨੁੱਖੀ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ। which of the following is not a part of human female reproductive system। ਅੰਡਕੋਸ਼, ਓਵਰੀ, ਗਰਭਕੋਸ਼, ਯੂਟਰਸ, ਸ਼ੁਕਾਨੂਵੈਨੀ, ਵੈਸ ਰੈਫਰੈਂਸ, ਫੈਲੋਪੀਅਨ ਟਿਊਬ। ਤਾਂ ਬੇਟਾ ਜੀ ਸ਼ੁਕਾਨੂਵੈਨੀ ਜਿਹੜੀ ਹੈ ਉਹ ਫੀਮੇਲ ਦਾ ਰਿਪਰੋਡਕਟਿਵ ਸਿਸਟਮ ਦਾ ਭਾਗ ਨਹੀਂ ਹੈ। ਠੀਕ ਹੈ ਜੀ ਚਲੋ ਜੀ ਅੱਗੇ ਗੱਲ ਕਰਦੇ ਹਾਂ ਸਟੇਟ ਲੈਵਲ ਕੁਇਜ਼ ਦੀ 7ਵੇਂ ਦੀ। ਚੈਪਟਰ 10 ਚੋਂ ਇਹ ਕੁਐਸਚਨ ਸੀ। ਚੈਪਟਰ 10 ਇਜ਼ ਵੈਰੀ ਇੰਪੋਰਟੈਂਟ ਡਿਊਰਿੰਗ ਜਿੱਦਾਂ ਆਪਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਕਰਨਾ ਹੈ। ਕਿਸ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈਂਸ ਦੋਹਾਂ ਦੀਆਂ ਫੋਕਸ ਦੂਰੀਆਂ -15 ਸੈਂਟੀਮੀਟਰ ਹਨ। ਦਰਪਣ ਅਤੇ ਲੈਂਸ ਸੰਭਾਵਿਤ ਹਨ। ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਇਹ ਸਫੈਰਿਕਲ ਲੈਂਸ ਆਫ ਈਚ ਆਫ ਫੋਕਲ ਲੈਂਥ ਇਜ਼ -15 ਸੈਂਟੀਮੀਟਰ। ਮਿਰਰ ਐਂਡ ਲੈਂਸ ਆਰ ਲਾਈਕਲੀ ਟੂ ਬੀ ਬੇਟਾ ਜੀ obvious ਹੈ ਕਿ ਦੋਨੋਂ ਕੀ ਹੋਣਗੇ both are concave यानी कि ਦੋਵੇਂ ਕੀ ਹੋਣਗੇ ਅਵਤਲ। ਠੀਕ ਹੈ ਜੀ
ਦੋਵੇਂ ਉੱਤਲੀਓ ਨੇ। ਦਰਪਣ ਅਵਤਲ ਅਤੇ ਲੈਂਸ ਉੱਤਲ, ਦਰਪਣ ਉੱਤਲ ਅਤੇ ਲੈਂਸ ਅਵਤਲ ਨਹੀਂ ਜੀ, ਦੋਨੇ ਮਾਈਨਸ 'ਚ ਹੈ, ਇਹਦਾ ਮਤਲਬ ਇਹ ਦੋਨੇ ਕੀ ਹੈ, ਅਵਤਲ। ਠੀਕ ਹੈ ਜੀ। ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਤੇ ਖੜੇ ਹੋਵੇ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ। ਸੰਭਵ ਤੌਰ ਤੇ ਦਰਪਣ ਹੈ। No matter how far you stand from the mirror, your image appears erect. The mirror is likely to be केवल समतल, only plane, केवल अवतल, only concave, केवल उत्तल, only convex, ਜਾਂ ਤਾਂ ਸਮਤਲ ਜਾਂ ਉੱਤਲ। ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਆਈਦਰ ਇਟ ਇਜ਼ ਪਲੇਨ ਔਰ ਕਨਵੈਕਸ, ਕਿਉਂਕਿ ਜਿਹੜਾ ਕਨਕੇਵ ਹੈ ਉਹਦੇ 'ਚ ਸਾਡੇ ਕੋਲ ਜਿਹੜੀ ਹੈ ਇਮੇਜ ਜਿਹੜੀ ਹੈ ਉਹ ਇਰੈਕਟ ਦੇ ਫਾਰਮ 'ਚ ਨਹੀਂ ਆਉਂਦੀ। ਠੀਕ ਹੈ ਜੀ। ਇਹਦਾ ਇੱਕ ਕੁਐਸਚਨ ਸੀ ਨੈਕਸਟ ਬੇਟਾ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਸੇ ਸ਼ਬਦਕੋਸ਼ ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਸਮੇਂ ਤੁਸੀਂ ਹੇਠ ਲਿਖਿਆ ਵਿੱਚੋਂ ਕਿਹੜਾ ਲੈਂਸ ਨੂੰ ਪਹਿਲ ਦਿਓਗੇ? Which of the following lens would you prefer to use while reading the letters found in the dictionary? 50 centimeter focus दूरी ਦਾ ਉੱਤਲ ਲੈਂਸ, a convex lens of focal length of 50 centimeter। ਬੇਟਾ ਜੀ ਤੁਹਾਨੂੰ ਇਹ ਤਾਂ ਪਤਾ ਹੈ ਕਿ ਤੁਸੀਂ ਜਿਹੜਾ ਹੈ ਉਹ ਇਹਦੇ ਲਈ ਕਨਕੇਵ ਲੈਂਸ ਹੀ ਯੂਜ਼ ਕਰੋਗੇ, ਬਿਕੋਜ਼ ਇਟ ਇਜ਼ ਡਾਇਵਰਜਿੰਗ ਹੈ ਨਾ, ਔਰ ਇਮੇਜ ਸਾਨੂੰ ਵੱਡੀ ਨਜ਼ਰ ਆਏ। ਪਰ ਇਹਦੇ ਲਈ ਤੁਸੀਂ 50 ਸੈਂਟੀਮੀਟਰ ਦਾ ਯੂਜ਼ ਕਰੋਗੇ ਕਿ 5 ਸੈਂਟੀਮੀਟਰ ਦਾ? ਤਾਂ ਓਬਵੀਅਸ ਹੈ ਤੁਸੀਂ 5 ਸੈਂਟੀਮੀਟਰ ਦਾ ਯੂਜ਼ ਕਰੋਗੇ, ਬਿਕੋਜ਼ ਕਿ ਜਿਹੜੀ 50 ਸੈਂਟੀਮੀਟਰ ਉਹ ਸਾਡੀ ਆਈ ਤੇ ਪ੍ਰੋਪਰ ਜਿਹੜੀ ਇਮੇਜ ਹੈ ਉਹ ਬਣਾ ਹੀ ਨਹੀਂ ਪਾਏਗਾ। ਠੀਕ ਹੈ ਨਾ। ਇਹਦਾ ਮਤਲਬ ਸਾਡਾ ਸਹੀ ਕਰੈਕਟ ਆਨਸਰ ਕੀ ਹੈ? 5 ਸੈਂਟੀਮੀਟਰ ਫੋਕਸ ਦੂਰੀ ਦਾ ਅਵਤਲ ਲੈਂਸ। ਕੁਇਜ਼ ਲੈਵਲ 8 ਦੇ ਕੁਐਸਚਨ ਡਿਸਕਸ ਕਰਨ ਜਾ ਰਹੀ ਹਾਂ। ਹੇਠ ਲਿਖਿਆ ਵਿੱਚੋਂ ਕਿਹੜੇ ਸਮੂਹ ਵਿੱਚ ਕੇਵਲ ਜੈਵ ਵਿਘਟਨਸ਼ੀਲ ਪਦਾਰਥ ਹਨ? Which of the following group contains only biodegradable substances? ਘਾਹ, ਫੁੱਲ ਅਤੇ ਚਮੜਾ, ਘਾਹ, ਲੱਕੜੀ ਅਤੇ ਪਲਾਸਟਿਕ, ਫਲਾਂ ਦੇ ਛਿਲਕੇ, ਕੇਕ ਅਤੇ ਨਿੰਬੂ ਦਾ ਰਸ, ਕੇਕ, ਲੱਕੜੀ ਅਤੇ ਘਾਹ। ਬੇਟਾ ਜੀ ਇਹ ਦੋਨੋਂ ਆਪਸ਼ਨ ਸਹੀ ਹੈ, ਬਿਕੋਜ਼ ਜਿਹੜੇ ਫਲਾਂ ਦੇ ਛਿਲਕੇ ਹੈ ਜਾਂ ਕੇਕ ਹੈ ਜਾਂ ਨਿੰਬੂ ਦਾ ਰਸ ਹੈ, these all are ਜੈਵ ਵਿਘਟਨਸ਼ੀਲ। ਔਰ ਜੇ ਮੈਂ ਕੇਕ, ਲੱਕੜੀ ਅਤੇ ਘਾਹ ਦੀ ਗੱਲ ਕਰਾਂ ਤਾਂ ਇਹ ਵੀ ਸਾਰੇ ਕੀ ਹੈ? ਜੈਵ ਵਿਘਟਨਸ਼ੀਲ। ਠੀਕ ਹੈ ਜੀ। ਹੇਠ ਲਿਖਿਆ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਵਿਚ ਵਨ ਆਫ ਦਾ ਫੋਲੋਇੰਗ ਕਨਸਟੀਟਿਊਟ ਆਫ ਫੂਡ ਚੇਨ? ਘਾਹ, ਕਣਕ ਅਤੇ ਅੰਬ, ਘਾਹ, ਬੱਕਰੀ ਅਤੇ ਮਨੁੱਖ, ਬੱਕਰੀ, ਗਾਂ ਅਤੇ ਹਾਥੀ, ਘਾਹ, ਮੱਛੀ ਅਤੇ ਬੱਕਰੀ। ਤਾਂ ਬੇਟਾ ਸਾਨੂੰ ਪਤਾ ਹੈ ਜੀ ਘਾਹ ਨੂੰ ਕੌਣ ਖਾਂਦਾ ਹੈ ਜੀ? ਬੱਕਰੀ। ਤੇ ਬੱਕਰੀ ਨੂੰ ਕੌਣ ਖਾਂਦਾ ਹੈ ਜੀ? ਮਨੁੱਖ। ਇਹਦਾ ਮਤਲਬ ਆਹ ਵਾਲੀ ਜਿਹੜੀ ਭੋਜਨ ਲੜੀ ਹੈ ਸਾਡੀ ਜਿਹੜੀ ਹੈ ਕਰੈਕਟ ਹੈ। ਅੱਛਾ ਜੀ। ਇਹਦਾ ਅਗਲਾ ਕੁਐਸਚਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਵਾਤਾਵਰਣ ਪੱਖੀ ਵਿਵਹਾਰ ਦਰਸਾਉਂਦਾ ਹੈ? Which one of the following are the environment friendly practice? ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਲੈਣ ਲਈ, ਕਾਰਜ ਸਮਾਪਤ ਹੋਣ ਤੇ ਲਾਈਟ ਪੱਖੇ ਬੰਦ ਕਰਨਾ, ਮਾਂ ਦੁਆਰਾ ਸਕੂਲ ਸਕੂਟਰ ਤੇ ਛੱਡਣ ਦੀ ਬਜਾਏ ਤੁਸੀਂ ਸਕੂਲ ਪੈਦਲ ਜਾਣਾ, ਉਪਰੋਕਤ ਸਾਰੇ। ਤਾਂ ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਉਪਰੋਕਤ ਸਾਰੇ ਹੀ ਜਿਹੜੇ ਹੈ ਉਹ ਇਨਵਾਇਰਮੈਂਟ ਫਰੈਂਡਲੀ ਹਰਕਤਾਂ ਨੇ। ਠੀਕ ਹੈ। ਇਹਦਾ ਮਤਲਬ ਸਾਡਾ ਉੱਤਰ ਆਉਣਾ ਸੀ all of the above। ਸਟੇਟ ਲੈਵਲ ਕੁਇਜ਼ 4th ਡਿਸਕਸ ਕਰਨ ਜਾ ਰਹੀ ਹਾਂ। ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ। ਇਹ ਬੇਟਾ ਜੀ ਤੁਹਾਡੇ ਵੀਕਲੀ ਟੈਸਟ ਵੀ ਕੁਐਸਚਨ ਆਇਆ। ਦ ਕਿਡਨੀਜ਼ ਹਿਊਮਨ ਬੀਂਗਸ ਆਰ ਦਾ ਪਾਰਟ ਆਫ ਦਾ ਸਿਸਟਮ ਨਿਊਟ੍ਰੀਸ਼ਨ, ਰੈਸਪੀਰੇਸ਼ਨ, ਐਕਸਕ੍ਰੀਸ਼ਨ ਕਿ ਟਰਾਂਸਪੋਰਟੇਸ਼ਨ? ਤਾਂ ਬੇਟਾ ਜੀ ਐਕਸਕ੍ਰੀਸ਼ਨ ਇਸ ਦਾ ਜਿਹੜਾ ਹੈ ਪਾਰਟ ਹੈ। ਠੀਕ ਹੈ ਜੀ। ਪੌਦਿਆਂ ਵਿੱਚ ਜ਼ਾਇਲਮ ਦਾ ਕੀ ਕੰਮ ਹੈ? ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਯਾਦ ਰੱਖ ਲਓ ਇੱਕ ਕੋਡ ਕਿ ਫੱਫੇ ਤੋਂ ਫੂਡ ਤੇ ਫੱਫੇ ਤੋਂ ਫਲੋਇਮ। ਤੇ ਪੌਦਿਆਂ 'ਚ ਜ਼ਾਇਲਮ ਮੀਨਸ ਪਾਣੀ ਦਾ ਪ੍ਰਵਾਹਨ। ਜ਼ਾਇਲਮ ਮੀਨਸ ਪਾਣੀ ਦਾ ਪ੍ਰਵਾਹਨ। ਠੀਕ ਹੈ। ਇਹਦਾ ਮਤਲਬ ਸਾਡੀ ਆਪਸ਼ਨ ਕਿਹੜੀ ਸਹੀ ਆਣੀ ਸੀ? ਪਾਣੀ ਦਾ ਪ੍ਰਵਾਹਨ। ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ। ਦ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਰਿਕਵਾਇਰਡ CO2, ਕਲੋਰੋਫਿਲ, ਸੂਰਜ ਦਾ ਪ੍ਰਕਾਸ਼, ਉਪਰੋਕਤ ਸਾਰੇ ਔਰ ਆਲ ਆਫ ਅਬਵ। ਬੇਟਾ ਜੀ ਤੁਹਾਨੂੰ ਪਤਾ ਹੈ ਕਿ ਸਵੈ ਪੋਸ਼ੀ ਪੋਸ਼ਣ ਲਈ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈ ਜ਼ਰੂਰੀ ਹੈ। ਸਟੇਟ ਲੈਵਲ ਕੁਇਜ਼ 6 ਦੀ ਗੱਲ ਕਰਾਂਗੀ। ਚੈਪਟਰ 11 'ਚ ਹੈ ਹਿਊਮਨ ਆਈ। ਮਨੁੱਖੀ ਅੱਖ ਜਿਸ ਭਾਗ ਉੱਤੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਉਹ ਹੈ ਡੈਸ਼। ਦ ਹਿਊਮਨ ਆਈ ਫਾਰਮਸ ਦ ਇਮੇਜ ਆਫ ਆਬਜੈਕਟ ਐਟ ਕੋਰਨੀਆ, ਆਇਰਸ, ਪਿਪਲ, ਰੈਟੀਨਾ। ਕੋਰਨੀਆ, ਆਇਰਸ, ਪੁਤਲੀ, ਰੈਟੀਨਾ। ਤੇ ਬੇਟਾ ਜੀ ਇਹਦਾ ਸਹੀ ਆਨਸਰ ਹੈ ਰੈਟੀਨਾ। ਸਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਲਗਭਗ ਹੁੰਦੀ ਹੈ। The least distance of distinct vision of young adult with normal vision is 25 ਮੀਟਰ, 2.5 ਸੈਂਟੀਮੀਟਰ, 25 ਸੈਂਟੀਮੀਟਰ, 2.5 ਮੀਟਰ। ਤਾਂ ਬੇਟਾ ਜੀ ਇੱਥੇ ਤੁਸੀਂ ਕਨਫਿਊਜ਼ ਹੋਣਾ ਯੂਨਿਟਸ ਦੇ ਵਿੱਚ ਤੇ ਪੁਆਇੰਟਸ ਦੇ ਵਿੱਚ। ਨੋ ਡਾਊਟ ਤੁਸੀਂ 25 ਤੇ ਲਿਖ ਲੈਣਾ, ਬਟ ਵਟ ਇਜ਼ ਦਾ ਰਾਈਟ ਆਨਸਰ? ਰਾਈਟ ਆਨਸਰ ਇਜ਼ 25 ਸੈਂਟੀਮੀਟਰ। ਠੀਕ ਹੈ ਜੀ। ਨੇਤਰ ਲੈਂਸ ਦੀ ਫੋਕਸ ਦੂਰੀ ਕਿਸ ਦੁਆਰਾ ਪਰਿਵਰਤਿਤ ਕੀਤੀ ਜਾਂਦੀ ਹੈ?
The change in the focal length of an eye lens is caused by the action of ciliary muscles, iris, pupil के retina। तो बेटा जी इसका सही आंसर है सिलरी पेशी। ठीक है जी। स्टेट लैवल क्यूज 10 ਦੇ ਕੁਐਸਚਨਸ ਵੀ ਤੁਹਾਡੇ ਟੈਸਟ 'ਚ ਆਏ ਹੋਏ ਹੈ। ਵਿਚ ਆਫ ਦ ਫੋਲੋਇੰਗ ਟਰਮਸ ਡਸ ਨਾਟ ਰਿਪਰੈਜ਼ੈਂਟ ਦ ਇਲੈਕਟ੍ਰਿਕ ਪਾਵਰ ਇਨ ਦ ਸਰਕਟ। ਹੇਠ ਲਿਖਿਆ ਵਿੱਚੋਂ ਕਿਹੜਾ ਪਦ ਬਿਜਲੀ ਸਰਕਟ ਲਈ ਜਿਹੜਾ ਹੈ ਉਹ ਨਹੀਂ ਦਰਸਾਉਂਦਾ। ਤਾਂ ਬੇਟਾ ਜੀ ਇਸ ਦਾ ਸਹੀ ਉੱਤਰ ਹੈ ਆਈ ਆਰ ਸਕੁਅਰ, ਕਿਉਂਕਿ ਤੁਹਾਨੂੰ ਪਤਾ ਹੈ P = VI ਹੁੰਦਾ ਹੈ। ਤੇ ਜੇ ਆਪਾਂ V ਦੀ ਕੀਮਤ ਕੱਢੀਏ ਤਾਂ ਉੱਥੋਂ ਸਾਡੇ ਕੋਲ ਬਾਕੀ ਸਾਰੇ ਤਾਂ ਟਰੂ ਹੋ ਜਾਂਦੇ ਆ, ਬਟ ਇਹ ਟਰੂ ਨਹੀਂ ਹੁੰਦਾ। ਠੀਕ ਹੈ ਜੀ। ਇੱਕ ਕੁਐਸਚਨ ਤੁਹਾਡੇ ਨਾਲ ਹੋਰ ਡਿਸਕਸ ਕਰਨਾ ਸੀ। ਫਿਲਾਮੈਂਟ ਆਫ ਬਲਬ ਇਜ਼ ਮੇਡ ਅਪ ਆਫ ਬਲਬ ਫਿਲਾਮੈਂਟ ਕਿਸ ਪਦਾਰਥ ਦਾ ਬਣਿਆ ਹੁੰਦਾ ਹੈ। ਦੈਟ ਇਜ਼ ਇਹਦੀ ਵੀ ਤੁਹਾਡੇ ਨਾਲ ਗੱਲ ਆਪਾਂ ਡਿਸਕਸ ਕਰ ਚੁੱਕੇ ਸੀ ਕਿ ਤੁਹਾਨੂੰ ਇਹ ਪਤਾ ਹੈ ਕਿ ਟੰਗਸਟਨ ਦਾ ਬਣਿਆ ਹੁੰਦਾ ਹੈ। ਠੀਕ ਹੈ। ਇਹ ਜਿਹੜੇ ਬੇਟਾ ਸਟੇਟ ਲੈਵਲ ਦਾ ਕੁਐਸਚਨ ਸੀ ਇਹ ਤਕਰੀਬਨ ਮੈਂ ਤੁਹਾਡੇ ਨਾਲ ਕਾਫੀ ਕੁਇਜ਼ ਦੇ ਡਿਸਕਸ ਕੀਤੇ ਆ। ਅਗਲੀ ਵੀਡੀਓ 'ਚ ਮੈਂ ਅਗਲੇ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰਾਂਗੀ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।